ਮੇਨਲੀ ਇਹ ਹੈ ਕਿ 10 ਲੱਖ ਤੱਕ ਦੀ ਜਿਹੜੀ ਐਡਮਨ ਅਪਰੂਵਲ ਹੈਗੀ ਆ DWOSM ਜਿਹੜੀ ਡਿਸਟ੍ਰਿਕਟ ਵਾਟਰ ਸੈਨੀਟੇਸ਼ਨ ਮਿਸ਼ਨ ਬਣੀ ਹੋਈ ਆ 10 ਲੱਖ ਤੱਕ ਦੀ ਐਡਮਨ ਅਪਰੂਵਲ ਅਸੀਂ ਦੇਣੀ ਆ। ਸਪੋਜ਼ਿੰਗ ਕੋਈ ਗ੍ਰਾਂਟ ਆਪਣੇ ਪਿੰਡ ਦੇ ਵਿੱਚ ਇੱਕ 100% FSTC ਆਪਾਂ ਟਾਰਗੇਟ ਕਰਨੇ ਆ ਕਿ ਉਹਦੇ 100% ਕਨੈਕਸ਼ਨ ਹੋ ਜਾਣ ਪਿੰਡ ਦੇ ਜਿੱਥੇ ਕੰਸੈਂਟਰੇਟਡ ਆਬਾਦੀ ਰਹਿੰਦੀ ਹੈ ਜਾਂ ਜਿੱਥੇ ਪਿੰਡ ਦੇ ਅਰਾਊਂਡ ਘਰ ਹੈਗੇ ਆ ਨੇੜੇ, ਨੋਟ ਢਾਣੀਆਂ ਵਗੈਰਾ ਆਪਾਂ ਜਿਹੜੀ ਕਾਫੀ ਦੂਰ ਹੈਗੀਆਂ ਉਹਦੇ ਵਿੱਚ ਇਟ ਇਜ਼ ਨਾਟ ਪੋਸੀਬਲ ਕਿਉਂਕਿ ਉੱਪਰ ਕੈਪੀਟਲ ਬਹੁਤ ਜ਼ਿਆਦਾ ਵੱਧ ਜਾਏਗਾ। ਉਹ ਕਵਰ ਕਰਨੇ ਆ ਉਹਦੇ ਵਿੱਚ ਅਗਰ FSTC ਕਵਰ ਕਰਨੇ ਆ। ਅਗਰ ਪਿੰਡ ਦੇ ਕੋਲ ਮੰਨ ਲਓ ਫॉर ਐਗਜ਼ਾਮਪਲ 1 ਲੱਖ ਰੁਪਏ ਦੀ ਵਾਟਰ ਦੀ ਗ੍ਰਾਂਟ ਪਈ ਹੈ ਫਾਈਨਾਂਸ ਕਮਿਸ਼ਨ ਦੀ ਜਿਹੜੀ ਟਾਈਪ ਫੰਡ ਜਿਹੜੇ ਪਏ ਆ ਔਰ ਉਹ ਐਸਟੀਮੇਟ ਅਰਾਊਂਡ 2 ਜਾਂ 3 ਲੱਖ ਦਾ ਬੰਦਾ ਹੈਗਾ। तो ਉਹਦੀ ਜਿਹੜੀ ਡਾਊਟੇਲਿੰਗ ਹੈਗੀ ਆ 1 ਲੱਖ ਰੁਪਈਆ ਵਿਦ ਕਮਿਸ਼ਨ ਪਲੱਸ ਜਿਹੜੇ ਬਾਕੀ ਪੈਸੇ ਹੈਗੇ ਆ ਉਹ ਸਟੇਟ ਜਿਹੜੀ ਹੈਗੀ ਆ ਉਹ ਕੰਟਰੀਬਿਊਟ ਕਰੇਗੀ ਇਧਰ ਫਰਮ ਜਲ ਜੀਵਨ ਮਿਸ਼ਨ ਔਰ 4215 ਹੈਡ ਔਰ ਸਟੇਟ ਫੰਡ ਜਿਹੜਾ ਵੀ ਕੋਈ ਫੰਡ ਹੈ। 2022 ਤੱਕ ਆਪਾਂ 100% FSTC ਕਵਰ ਕਰਨੇ ਆ ਪੂਰੇ ਜ਼ਿਲ੍ਹੇ ਦੇ, ਪੂਰੀ ਸਟੇਟ ਦੇ, ਔਰ ਜਿਹਦੇ ਵਿੱਚ ਆਪਣੇ ਹਲੇ ਜ਼ਿਲ੍ਹੇ ਦੇ ਵਿੱਚ ਅਰਾਊਂਡ 45000 FSTC ਜਿਹੜੇ ਹੈਗੇ ਆ ਉਹ ਪੈਂਡਿੰਗ ਹੈਗੇ ਆ ਔਰ ਇਟਸ ਅ ਬਿਗ ਟਾਰਗੇਟ ਜਿਹੜਾ ਕਿ ਡਿਸਟ੍ਰਿਕਟ ਲੈਵਲ ਤੇ ਜੇ ਪੰਚਾਇਤੀ ਰਾਜ ਡਿਪਾਰਟਮੈਂਟ ਹੈਗਾ ਤੁਹਾਡੇ ਸਹਿਯੋਗ ਨਾਲ ਅਸੀਂ ਨਹੀਂ ਮਤਲਬ ਵਿਲ ਕੰਪਲੀਟ ਇਟ ਨਾਓ ਅੰਡਰ ਦ ਗਾਈਡੈਂਸ ਆਫ ਡਿਪਟੀ ਕਮਿਸ਼ਨਰ ਸਾਹਿਬ। ਤੇ ਇੱਕ SBM ਫੇਸ 2 ਦੇ ਵਿੱਚ ਹੈਗਾ, ਉਹਦੇ ਵਿੱਚ ਲਿਕੁਇਡ ਵੇਸਟ ਮੈਨੇਜਮੈਂਟ ਹੈਗੀ ਆ ਜਿਹਦੇ ਵਿੱਚ ਆਪਾਂ ਛੱਪੜਾਂ ਦਾ ਨਵੀਨੀਕਰਨ ਕਰ ਸਕਦੇ ਹਾਂ। ਇੱਕ ਸੋਲਿਡ ਵੇਸਟ ਮੈਨੇਜਮੈਂਟ ਹੈਗੀ ਹੈ ਜਿਹੜੀ ਪਿੰਡ ਲੈਵਲ ਤੇ ਅਸੀਂ ਕਰਨੀ ਆ, ਉਹਦੇ ਬਾਰੇ ਤੁਹਾਨੂੰ ਮਨੀਸ਼ ਜੀ ਦੱਸਣਗੇ। ਇੱਕ ਸਾਰਿਆਂ ਨੂੰ ਪਾਣੀ ਬਚਾਉਣਾ, ਉਹਦੇ ਲਈ ਫੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨਸ ਹੁੰਦੇ ਆ, ਉਹ ਸਾਡੇ ਜ਼ਿਲ੍ਹੇ ਦੇ ਵਿੱਚ ਮੇਰੇ ਖਿਆਲ ਪੌਣੇ 2 ਲੱਖ ਲੱਗਣੇ ਸੀਗੇ। ਉਹ ਇਸ ਟਾਈਮ ਤੇ ਇਹ ਕਹਿ ਰਹੇ ਨੇ ਕਿ 40-45 ਹਜ਼ਾਰ ਰਹਿੰਦੇ ਆ। ਉਹ ਹੁਣ ਕਿਸੇ ਨੂੰ ਟੈਪ ਕਨੈਕਸ਼ਨ ਟੂਟੀ ਦਾ ਕਨੈਕਸ਼ਨ ਕਿਵੇਂ ਮਿਲਦਾ ਹੈ, ਜਾਂ ਤਾਂ ਆਪਾਂ ਵਾਟਰ ਵਰਕਸ ਦਾ ਕੁਝ ਪਾਈਏ ਤੇ ਪਾਈਪ ਜਾਵੇ ਘਰਾਂ ਤੱਕ ਜਾਵੇ ਉਹਦੇ ਤੋਂ ਟੂਟੀ ਮਿਲ ਜੇ, ਜਾਂ ਫਿਰ ਉਹਦੇ ਕੋਲੇ ਆਪਦਾ ਹੀ ਕੋਈ ਹੋਵੇ ਕਿਸੇ ਨੇ ਮੋਟਰ ਲਾਈ ਹੈ ਨਲਕਾ ਲਾਇਆ ਕੁਝ ਨਹੀਂ ਲਾਇਆ। ਦੋਨੋਂ ਤਰੀਕੇ ਹੋ ਸਕਦੇ ਆ, ਪਰ ਜਿਹੜਾ ਇਹ ਆਪਣੇ ਵਾਲਾ ਤਰੀਕਾ ਪਾਣੀ ਤੇ ਲੋਕ ਕਿਤੇ ਤੋਂ ਪੀਂਦੇ ਹੀ ਨੇ ਉਹ ਆਪਾਂ ਇੰਨਾ ਜ਼ਿਆਦਾ ਉਹਨੂੰ ਇਨਕੋਰਪੋਰੇਟ ਨਹੀਂ ਕਰ ਸਕਦੇ, 5-10% ਕਰ ਸਕਦੇ ਹਾਂ। ਬੇਸਿਕਲੀ ਸਾਨੂੰ ਪਾਈਪ ਵਾਟਰ ਦੇਣਾ ਪਏਗਾ। ਜਿੱਥੇ ਜਿੱਥੇ ਕੁਝ ਸਕੀਮਾਂ ਹੈਗੀਆਂ ਨੇ ਪਹਿਲਾਂ ਉਹ ਚਲਾਉਣੀਆਂ ਪੈਣਗੀਆਂ, ਜਿੱਥੇ ਨਹੀਂ ਹੈਗੀਆਂ ਉੱਥੇ ਨਵੀਆਂ ਬਣਾਉਣੀਆਂ ਪੈਣਗੀਆਂ। ਇੱਕ ਇਹਨਾਂ ਨੇ ਦੱਸਿਆ ਉਹਦੇ ਐਸਟੀਮੇਟ ਭੇਜੇ 80 ਤੇ ਪਲੱਸ 65-67 ਕੁਝ ਦੱਸਿਆ ਸੀਗਾ। ਇੱਕ ਤਾਂ ਉਹ ਹੋ ਗਿਆ ਪਾਣੀ ਵਾਲਾ ਕੰਪੋਨੈਂਟ, ਦੂਸਰਾ ਇੱਕ ਕੰਪੋਨੈਂਟ ਹੈਗਾ ਟਾਇਲਟਸ ਵਾਲਾ। ਇਹ ਕੰਮ ਹੋ ਗਏ ਇੰਡੀਵਿਜੂਅਲ। ਫਿਰ ਆ ਜੋ ਜਿਹੜੇ ਕਮਿਊਨਿਟੀ ਦੇ ਕੰਮ ਹੋ ਗਏ। ਇੱਕ ਆਪਾਂ ਨੇ ਜਿਹੜਾ ਕੂੜਾ ਇਕੱਠਾ ਕਰਕੇ ਜਿਵੇਂ ਰੂਰਲ ਦੇ ਵਿੱਚ ਤੁਸੀਂ ਕਰਦੇ ਰਹੇ ਹੋ ਵੀਡੀਓ ਸਾਹਿਬਾਨ, ਜਦੋਂ ਮੈਂ DC ਉਦੋਂ ਅਸੀਂ ਵੀ ਕਰਦੇ ਸੀਗੇ ਕਿ ਉੱਥੇ ਪਿਟਸ ਬਣਾ ਕੇ ਉਹਨਾਂ ਦਾ ਕੋਈ ਡਿਸਪੋਜ਼ਲ ਉਸ ਤਰੀਕੇ ਨਾਲ ਕਰਦੇ ਆ ਆਪਾਂ ਕੂੜੇ ਦਾ। ਉਹ ਹੋ ਗਿਆ ਸੋਲਿਡ ਵੇਸਟੇਜ ਜਿਹੜੀ ਆਪਾਂ ਰੇੜੀਆਂ ਦੇ ਵਿੱਚ ਭਰ ਕੇ ਘਰੋਂ ਕਰੀ ਪਹਿਲਾਂ ਉਹਦੀ ਸੈਗਰੀਗੇਸ਼ਨ ਕਰਕੇ ਦੋ ਦੇ ਵਿੱਚ ਹਰੇ ਨੀਲੇ ਡੱਬੇ ਬਣਾਉਂਦੇ ਸੀਗੇ, ਘਰਾਂ ਦੇ ਵਿੱਚ ਵੀ ਦਿੰਦੇ ਸੀਗੇ, ਉਹਨਾਂ ਨੂੰ ਕਹਿੰਦੇ ਸੀ ਆਪਦਾ ਸੋਰਸ ਸੈਗਰੀਗੇਸ਼ਨ ਕਰ ਲਓ। ਫਿਰ ਜਿਹੜਾ ਹੈਗਾ ਉੱਥੇ ਇੱਕ ਖਾਦ ਬਣਾਉਣ ਲਈ ਚਲਾ ਜਾਊਗਾ, ਇੱਕ ਮਟੀਰੀਅਲ ਰਿਕਵਰੀ ਫੈਸਿਲਿਟੀ ਤੇ ਚਲਾ ਜਾਊਗਾ ਜਿਹੜਾ ਕਿ ਜਿਵੇਂ ਪਲਾਸਟਿਕ ਹੋ ਗਿਆ, ਲੋਹਾ ਹੋ ਗਿਆ ਜਾਂ ਕੁਝ ਹੋਰ ਹੋ ਗਿਆ, ਉਸ ਤਰ੍ਹਾਂ ਦੀਆਂ ਚੀਜ਼ਾਂ। ਇਹ ਤੀਸਰਾ ਪਾਰਟ ਹੋ ਗਿਆ ਸੋਲਿਡ ਵੇਸਟੇਜ ਦਾ। ਚੌਥਾ ਪਾਰਟ ਹੋ ਗਿਆ ਲਿਕੁਇਡ ਵੇਸਟੇਜ ਦਾ। ਹੁਣ ਛੱਪੜ ਉਹ ਵਾਲੇ ਨਹੀਂ ਰਹਿ ਗਏ ਜਿਹੜੇ 20-30 ਸਾਲ ਪਹਿਲਾਂ ਹੁੰਦੇ ਸੀਗੇ। ਹੁਣ ਉਹ ਇੱਕ ਸੀਵਰੇਜ ਦਾ ਰੂਪ ਧਾਰਨ ਕਰਕੇ ਉਹਦੇ ਵਿੱਚ ਸਾਰਾ ਕੁਝ ਜਾਂਦਾ। ਕੋਈ ਆਪਦਾ ਲੈਟਰਿਨ ਦਾ ਪਾਣੀ ਵੀ ਉਹਦੇ ਵਿੱਚ ਹੀ ਪਾਈ ਜਾਂਦਾ, ਗਰਕੀ ਦਾ ਪਾਣੀ ਉਹਦੇ ਵਿੱਚ ਜਾਈ ਜਾਂਦਾ। ਅਲਟੀਮੇਟਲੀ ਉਹ ਨਾਲੇ 'ਚ ਜਾਂਦਾ, ਨਾਲਾ ਕਿਸੇ ਨਾ ਕਿਸੇ ਦਿਨ ਜ਼ਰੂਰ ਜਾ ਕੇ ਦਰਿਆ ਦੇ ਵਿੱਚ ਮਿਲਦਾ। ਸੋ ਇਹ 4-5 ਕੰਮ ਨੇ ਜਿਨ੍ਹਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ। ਇਹਦੇ ਬਾਰੇ ਇਹ ਮਿਸ਼ਨ ਬਣਾਇਆ ਹੋਇਆ ਵਾਟਰ ਐਂਡ ਸੈਨੀਟੇਸ਼ਨ ਮਿਸ਼ਨ। हमने कहा कि इट इज फॉर कम्युनिटी जिथे कोई मान लो ਲੇਬਰ ਏਰੀਆ ਹੈਗਾ ਉੱਥੇ ਇੰਡੀਵਿਜੂਅਲ ਟਾਇਲਟਸ ਜਿਹੜੀ ਉਹ ਮਾਈਗ੍ਰੈਂਟ ਲੇਬਰ ਹੈਗੀ ਆ, ਆਪਾਂ ਨੂੰ ਚਾਹੀਦਾ ਉੱਥੇ ਵੀ ਕੈਨ ਦੇ ਉਹਦਾ ਰੱਖ ਰਖਾਵ ਜਿਹੜਾ ਹੈਗਾ ਉਹ ਪੰਚਾਇਤ ਲੈਵਲ ਤੇ ਹੀ ਹੋਣਾ ਹੈ। ਤੋ ਉੱਥੇ ਬਣਾ ਸਕਦੇ ਆ ਤਾਂ ਕਿ ਉਹ ਜਦੋਂ ਮਾਈਗ੍ਰੈਂਟ ਲੇਬਰ ਆਉਂਦੀ ਆ ਤੇ ਉਹ ਉੱਥੇ ਯੂਜ਼ ਕਰ ਸਕਦੀ ਉਹਨਾਂ ਨੂੰ ਟਾਇਲਟਸ ਨੂੰ, ਤੇ ਉਸ ਤੋਂ ਬਾਅਦ ਉਹ ਫॉर ਪਾਸ ਬਾਈ ਵੀ ਮਤਲਬ ਇਟ ਕੈਨ ਬੀ ਸ਼ਰਧਾਲੂ ਵਗੈਰਾ ਆਉਂਦੇ ਨੇ, ਕੋਈ ਮੇਲਾ ਲੱਗਦਾ, ਉਹ ਜਗ੍ਹਾਵਾਂ ਤੇ ਸਾਨੂੰ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸਾਡੇ ਮਾਈਗ੍ਰੈਂਟ ਲੇਬਰ ਉਨੀ ਨਹੀਂ ਆਉਂਦੀ, ਬਟ ਸਾਡੇ ਮਾਈਗ੍ਰੈਂਟ ਲੋਕ ਆਉਂਦੇ ਆ ਜਿਹੜੇ ਕਿ ਜਿਵੇਂ ਬਾਬੇ ਬੁੱਢੇ ਵਾਲਾ ਮੇਲਾ ਹੈਗਾ ਜਾਂ ਗੋਂਦਵਾਲ ਦੇ ਖਡੂਰ ਸਾਹਿਬ, ਉਹ ਸਾਰੇ ਮੇਲਿਆਂ ਦੇ ਵਿੱਚ ਆਉਂਦੇ ਨੇ, ਉੱਥੇ ਆਪਾਂ ਨੂੰ ਯੂਜ਼ਫੁਲ ਹੋ ਸਕਦੇ ਆ। ਇਹ ODF ਅਸੀਂ 2018 ਦੇ ਵਿੱਚ ਅਚੀਵ ਕਰ ਲਿਆ ਸੀ। ਸੋ ਜਿਹੜਾ ਨੈਕਸਟ ਟਾਰਗੇਟ ਹੈ ਸਾਡਾ ODF ਪਲੱਸ ਕਰਨਾ।
ਸੋ ਗਵਰਨਮੈਂਟ ਆਫ ਇੰਡੀਆ ਨੇ ਜਿਹੜੀਆਂ ਪਹਿਲਾਂ ਗਾਈਡਲਾਈਨਸ ਭੇਜੀਆਂ ਸੀ ODF ਪਲੱਸ ਕਿਸ ਤਰ੍ਹਾਂ ਕਰਨਾ, ਉਹਦਾ ਮੈਂ ਜਸਟ ਬਰੀਫ ਦੱਸ ਦੂੰਗਾ ਤੁਹਾਨੂੰ। ਉਹਦੇ ਸੀਗਾ ਵੀ 100% ਟਾਇਲਟਸ ਬਣੀਆਂ ਹੋਣੀਆਂ, ਐਕਸੈਸ ਹੋਣਾ ਚਾਹੀਦਾ। ਜਿਹੜੇ ਪਬਲਿਕ ਪਲੇਸਿਸ ਨੇ ਜਿਵੇਂ ਸਕੂਲ ਹੈ, ਆਂਗਨਵਾੜੀ ਹੈ, ਪੰਚਾਇਤ ਘਰ ਹੈ, ਉਹਨਾਂ ਨੂੰ ਵੀ ਐਕਸੈਸ ਹੋਣਾ ਚਾਹੀਦਾ ਹੈ। ਮਿਨੀਮਮ ਲੀਟਰ ਹੋਣਾ ਚਾਹੀਦਾ, मतलब ਕਿਤੇ ਗੰਦਗੀ ਦਾ ਢੇਰ ਨਹੀਂ ਹੋਣਾ ਚਾਹੀਦਾ, ਪਾਣੀ ਨਹੀਂ ਖੜਾ ਹੋਣਾ ਚਾਹੀਦਾ। ਔਰ ਮੋਰ ਦੈਨ 80% ਹਾਊਸ ਹੋਲਡਸ ਨੇ ਜਿਹੜੇ, ਉਹਨਾਂ ਨੂੰ ਸੋਲਿਡ ਐਂਡ ਲਿਕੁਇਡ ਵੇਸਟ ਮੈਨੇਜਮੈਂਟ ਦਾ ਪ੍ਰਬੰਧਨ ਹੋਣਾ ਚਾਹੀਦਾ ਹੈ। ਅਤੇ ਜਿਹੜੇ ਕਮਿਊਨਿਟੀ मतलब ਸਕੂਲ, ਆਂਗਨਵਾੜੀ, ਪੰਚਾਇਤ ਦੇ ਨੇ, ਉਹਨਾਂ ਦਾ 100% ਹੋਣਾ ਚਾਹੀਦਾ। ਔਰ ਉਸ ਪਿੰਡ ਦੇ ਵਿੱਚ ਮਿਨੀਮਮ 5 IEC ਮੈਸੇਜਿੰਗ ਹੋਣੇ ਚਾਹੀਦੇ ਨੇ SBM ਤੇ, ਤਾਂ ਉਹ ODF ਪਲੱਸ ਕਰ ਸਕਦੇ ਸੀ ਸਰ। ਪਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੂੰਗਾ। ਹੁਣ ਜਿਹੜੇ ਲੇਟੈਸਟ ਗਾਈਡਲਾਈਨਸ ਆਈਆਂ ਨੇ, ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਵੀ ਇਹ ਦੇਖਿਆ ਵੀ ODF ਪਲੱਸ ਹੋ ਨਹੀਂ ਰਿਹਾ ਸੀ ਸਰ, ਤਾਂ ਉਹਨਾਂ ਨੇ ਇਹਨੂੰ ਬੇਸਿਕਲੀ 3 ਭਾਗਾਂ 'ਚ ਵੰਡਤਾ। ਤੇ ਜਿਹੜਾ ਪਹਿਲਾ ਹੈਗਾ ਉਹਨੂੰ ਕਹਿੰਦੇ ਅਸੀਂ ODF ਐਸਪਾਇਰਿੰਗ, ਸੈਕੰਡ ਹੈਗਾ ODF ਰਾਈਜ਼ਿੰਗ, ਔਰ ਤੀਸਰਾ ਹੈਗਾ ODF ਮਾਡਲ। ਤਾਂ ਉਹਨਾਂ ਨੇ ਬੇਸਿਕਲੀ ਇਹੀ ਜਿਹੜੀ ਮੈਂ ਪਹਿਲਾਂ ਦੱਸੀ ਨੇ 3 ਕੈਟਾਗਰੀਜ਼ 'ਚ ਵੰਡਤਾ। ODF ਅਪਰਾਈਜ਼ਿੰਗ ਦਾ ਭਾਗ ਹੈ ਕਿ ਜਿੱਥੇ ਸਾਰੇ ਘਰਾਂ 'ਚ ਟਾਇਲਟ ਦਾ ਐਕਸੈਸ ਹੈਗਾ, ਆਂਗਨਵਾੜੀ ਸੈਂਟਰ, ਪੰਚਾਇਤ ਘਰ, ਇਹਨਾਂ ਕੋਲੇ ਵੀ ਫੰਕਸ਼ਨਲ ਟਾਇਲਟਸ ਹੈਗੀਆਂ ਨੇ, ਔਰ ਵਿਲੇਜ ਦੇ ਵਿੱਚ ਸੋਲਿਡ ਜਾਂ ਲਿਕੁਇਡ ਦੇ ਵਿੱਚੋਂ ਇੱਕ ਚੀਜ਼ ਹੈਗੀ ਹੈ, ਤਾਂ ਉਹ ਆਪਣਾ ODF ਐਸਪਾਇਰ ਚਾਹੀਦੀਆਂ ਨੇ। ਸਕੂਲ, ਆਂਗਨਵਾੜੀ 'ਚ ਵੀ ਟਾਇਲਟ ਹੋਣੀ ਚਾਹੀਦੀ ਹੈ, ਸੋਲਿਡ ਵੇਸਟ ਵੀ ਹੋਣਾ ਚਾਹੀਦਾ, ਸੋਲਿਡ ਵੇਸਟ ਮੈਨੇਜਮੈਂਟ ਹੋਣੀ ਚਾਹੀਦੀ ਹੈ, ਨਾਲ ਨਾਲ ਲਿਕੁਇਡ ਵੇਸਟ ਮੈਨੇਜਮੈਂਟ ਵੀ ਹੋਣੀ ਚਾਹੀਦੀ ਹੈ। ਉਸ ਪਿੰਡ ਨੂੰ ਅਸੀਂ ODF ਰਾਈਜ਼ਿੰਗ ਦੀ ਕੈਟਾਗਰੀ 'ਚ ਲੈਣਾ ਹੈ। ਬਟ ਸਾਡਾ ਅਲਟੀਮੇਟਲੀ ਜਿਹੜਾ ਗੋਲ ਹੈ ਦੈਟ ਇਜ਼ ODF ਮਾਡਲ, ਕਿਉਂਕਿ ODF ਮਾਡਲ ਸਾਰੇ ਪਿੰਡ ਅਸੀਂ ਕਰਨੇ ਨੇ। ਸੋ ਉਹਦੇ ਵਾਸਤੇ ਟਾਇਲਟਸ ਹੋਣੀਆਂ ਚਾਹੀਦੀਆਂ ਨੇ। ਜਿਹੜੇ ਪਹਿਲੀਆਂ ਚੀਜ਼ਾਂ ਨੇ ਟਾਇਲਟਸ ਹਾਊਸ ਹੋਲਡ ਲੈਵਲ ਤੇ, ਕਮਿਊਨਿਟੀ ਲੈਵਲ ਤੇ, ਜਿਹੜੀਆਂ ਸਕੂਲ, ਆਂਗਨਵਾੜੀ, ਪੰਚਾਇਤ ਘਰ, ਸੋਲਿਡ ਵੇਸਟ ਮੈਨੇਜਮੈਂਟ, ਲਿਕੁਇਡ ਵੇਸਟ ਮੈਨੇਜਮੈਂਟ, ਔਰ ਪਿੰਡ ਦੇ ਵਿੱਚ ਕਿਤੇ ਡੰਪ ਨਹੀਂ ਹੋਣਾ ਚਾਹੀਦਾ, ਪਾਣੀ ਨਹੀਂ ਖੜਾ ਹੋਣਾ ਚਾਹੀਦਾ। ਔਰ IEC मतलब ਵਾਲ ਪੇਂਟਿੰਗਸ ਨੂੰ ਅਸੀਂ ਬੇਸਿਕਲੀ ਕੰਸੀਡਰ ਕਰਦੇ ਹਾਂ IEC ਮੈਸੇਜਿੰਗ ਤੇ। 5 ਤਰ੍ਹਾਂ ਦੀਆਂ ਵਾਲ ਪੇਂਟਿੰਗਸ ਉਸ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। that village can be declared as ODF plus model village। पंजाब की समूची आबादी का 2/3 हिस्सा पिंडां विच रहिंदा है। पंजाब के पिंडां नूं खुशहाल बनाउण लई ਅਤੇ ਉੱਥੋਂ ਦੇ ਲੋਕਾਂ ਦਾ ਵੀ ਹੈ ਮਿਸ਼ਨ ਸਵੱਛ ਅਤੇ ਸਵਸਥ ਪੰਜਾਬ ਅਧੀਨ ਲੱਖਾਂ ਹੀ ਪਰਿਵਾਰਾਂ ਨੂੰ ਘਰ-ਘਰ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਈ ਹੈਗਾ। ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਸਥਿਤੀ ਨੂੰ ਬਣਾਈ ਰੱਖਣ ਲਈ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਘਰ ਵਿੱਚ ਪਖਾਨਾ ਬਣਾਉਣ ਦੀ ਸਹੂਲਤ ਨਾਲ ਚਲਾਇਆ ਜਾ ਰਿਹਾ ਹੈ। ਵੇਸਟ ਮੈਨੇਜਮੈਂਟ ਦੀ ਦਾ ਪਰਪਸ ਵੀਡੀਓ ਦਿਖਾਉਣ ਦਾ ਸੀ ਜਸਟ ਇੱਕ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਸੋਲਿਡ ਵੇਸਟ ਮੈਨੇਜਮੈਂਟ ਦੇ ਪ੍ਰੋਜੈਕਟ ਕਿਸ ਤਰ੍ਹਾਂ ਦੇ ਦਿਖਦੇ ਹਨ ਜਾਂ ਲਿਕੁਇਡ ਵੇਸਟ ਦੇ ਕਿਦਾਂ ਦਿਖਦੇ ਹਨ। ਸਿਮਿਲਰਲੀ CSC ਵੀ ਉਹਦੀ ਦਿਖਾਈ ਗਈ, ਕਮਿਊਨਿਟੀ ਸੈਨੇਟਰੀ ਕੰਪਲੈਕਸਸ। ਸੋ ਬੇਸਿਕਲੀ ਜਿਹੜੀ ਗੱਲ ਕਰ ਰਹੇ ਸੀ ਸਰ ਆਪਸ ਵਿੱਚ ਕੋਆਰਡੀਨੇਸ਼ਨ ਦੀ ਦੋਨਾਂ ਡਿਪਾਰਟਮੈਂਟ ਸੀ। ਸੋ ਬੇਸਿਕਲੀ ਸਟੇਟ ਲੈਵਲ ਤੇ ਸਪੋਰਟ ਆਬਵੀਅਸਲੀ ਮਿਲੇਗੀ ਐਸ ਪਰ SBMG phase 2 ਗਾਈਡਲਾਈਨਸ। ਸੋ ਉਹ ਬੇਸਿਕਲੀ ਇੰਪਲੀਮੈਂਟੇਸ਼ਨ ਰੂਰਲ ਡਿਵੈਲਪਮੈਂਟ ਦੀ ਸਪੋਰਟਿੰਗ ਹੈ ਸਾਈਡ ਤੋਂ ਰਹੇਗਾ। ਉਹਦੇ ਚ ਅਸੀਂ ਅਵੇਅਰਨੈਸ ਐਕਟੀਵਿਟੀਜ਼ ਵੀ ਕਰ ਸਕਦੇ ਹਾਂ ਪਿੰਡਾਂ 'ਚ, ਉਹ ਸਪੋਰਟ ਅਸੀਂ ਕਰਾਂਗੇ। ਸੋ ਬੇਸਿਕਲੀ ਹੁਣ ਆਪਾਂ ਨੇ ਕਰਨਾ ਕੀ, ਕਾਲ ਟੂ ਐਕਸ਼ਨ ਸਾਡਾ ਇਹ ਹੈ ਕਿ ਅਸੀਂ ਪ੍ਰਪੋਜ਼ਲਸ ਬਣਵਾਈਏ ਪਿੰਡਾਂ ਤੋਂ, ਗ੍ਰਾਮ ਪੰਚਾਇਤ ਤੋਂ। ਤੁਹਾਡੇ ਵੱਲੋਂ ਪ੍ਰਪੋਜ਼ਲ ਬਣ ਜਾਣ, ਉਹ DC ਸਾਹਿਬ ADC ਸਾਹਿਬ ਦੇ ਥਰੂ ਸਾਡੇ ਡਿਪਾਰਟਮੈਂਟ ਕੋਲ ਆ ਜਾਣ, ਮਤਲਬ ਡਿਸਟ੍ਰਿਕਟ ਇਹਨਾਂ ਕੋਲ ਆ ਜਾਣ ਐਕਸ਼ਨ ਸਾਹਿਬ ਤੋਂ ਲਈ। ਤੇ ਇਹ ਜਿਹੜਾ ਸਾਡਾ ਪੈਸਾ ਹੈ, ਜਿੰਨਾ ਸਾਡਾ ਪ੍ਰਪੋਰਸ਼ਨ ਹੈ, ਉਹ ਅਸੀਂ ਸਟੇਟ ਲੈਵਲ ਤੋਂ ਅਪਰੂਵ ਕਰਾ ਕੇ ਤੁਹਾਨੂੰ ਮਤਲਬ ਡਾਇਰੈਕਟ ਗ੍ਰਾਮ ਪੰਚਾਇਤ ਦੇ ਅਕਾਊਂਟਸ ਪਾ ਦਾਂਗੇ। अगर फंडिंग की गल है तो मैं क्लियर कर देना कि नहीं है सर, थोड़ा क्लियर करेंगे। सो बेसिकली SBMG phase 2 गाइडलाइंस के अकॉर्डिंगली अगर सॉलिड वेस्ट मैनेजमेंट प्रोजेक्ट लगाना है तो ਉਹਦੇ ਚ अगर 5000 ਤੋਂ ਘੱਟ ਦੀ ਪੋਪੂਲੇਸ਼ਨ ਹੈ ਤਾਂ 60 ਰੁਪਏ ਪਰ ਕੈਪੀਟਾ SBM ਦੀ ਗਾਈਡਲਾਈਨਸ ਕਹਿੰਦੀਆਂ ਨੇ ਵੀ ਐਕਸਪੈਂਡੀਚਰ ਕਰ ਸਕਦੇ ਹੋ। तो फॉर एग्जांपल 5000 पॉपुलेशन है तो 3 लाख रुपया होया एज पर SBMG phase 2 गाइडलाइन। तो उस 3 लाख ਦੇ ਵਿੱਚੋਂ 70% SBM ਦਾ ਹੋਏਗਾ, 30% 15 ਵਿੱਤ ਕਮਿਸ਼ਨ ਦਾ ਹੋਏਗਾ। ਲੱਖ 10000 ਰੁਪਇਆ ਆਪਣਾ ਸਵੱਛ ਭਾਰਤ ਮਿਸ਼ਨ ਦਾ, 90000 15 ਵਿੱਤ ਕਮਿਸ਼ਨ ਦਾ। ਉਸ ਤੋਂ ਇਲਾਵਾ ਜਿਹੜੇ ਫੰਡਸ ਨੇ, ਅਗਰ ਪ੍ਰੋਜੈਕਟ ਮੰਨ ਲਓ 6 ਲੱਖ ਰੁਪਏ ਦਾ ਲੱਗਦਾ, ਜਿਹੜਾ ਬਾਕੀ ਫੰਡਸ ਨੇ ਉਹ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਵੱਲੋਂ ਤੁਸੀਂ ਕਿਸੇ ਵੀ ਸਕੀਮ ਦੇ ਮਤਲਬ ਅੰਡਰ 15 ਵਿੱਤ ਕਮਿਸ਼ਨ ਚੋਂ, 14ਵੇਂ ਵਿੱਤ ਕਮਿਸ਼ਨ ਚੋਂ ਜਾਂ ਮਨਰੇਗਾ ਚੋਂ ਜਾਂ ਕੋਈ ਹੋਰ ਸਕੀਮ ਹੈ ਤੁਹਾਡੇ ਕੋਲੇ, ਉਹਦੇ ਚੋਂ ਤੁਸੀਂ ਉਹ ਪੈਸਾ ਮਤਲਬ ਗ੍ਰਾਮ ਪੰਚਾਇਤ ਯੂਟਿਲਾਈਜ਼ ਕਰ ਸਕਦੇ ਹੋ ਪੈਸਾ। ਸੋ ਬੇਸਿਕਲੀ ਅਸੀਂ ਜਿਹੜਾ ਗਾਈਡਲਾਈਨ ਦੇ ਹਿਸਾਬ ਨਾਲ 70% ਬਣਦਾ SBMG ਦਾ, ਉਹ ਪੋਰਸ਼ਨ ਜਿਹੜਾ ਹੈਗਾ ਉਹ ਸਾਡੇ ਵੱਲੋਂ, ਸਾਡੇ ਮਹਿਕਮੇ ਵੱਲੋਂ ਗ੍ਰਾਮ ਪੰਚਾਇਤ ਦੇ ਅਕਾਊਂਟਸ ਹੋ ਜਾਏਗਾ। ਪਰ ਉਸ ਤੋਂ ਪਹਿਲਾਂ ਕੀ ਇਹ ਪ੍ਰੋਜੈਕਟ ਬਣਾਉਣੇ ਨੇ ਔਰ ਸਬਮਿਟ ਕਰਾਂਗੇ। ਤੇ ਜੇ 5000 ਤੋਂ ਵੱਧ ਪੋਪੂਲੇਸ਼ਨ ਹੈ ਤਾਂ ਉਹ 45 ਰੁਪਏ ਪਰ ਕੈਪੀਟਾ ਹੋ ਜਾਂਦਾ। ਅਕੋਰਡਿੰਗਲੀ ਉਹਦੀ ਕੈਲਕੂਲੇਸ਼ਨ ਕਰ ਸਕਦੇ ਹਾਂ। ਸੋ ਸਿਮਿਲਰਲੀ ਅਗਰ ਗ੍ਰੇ ਵਾਟਰ ਮੈਨੇਜਮੈਂਟ ਦੀ ਗੱਲ ਕਰ ਰਹੇ ਹਾਂ, ਜਿਹੜੀ ਪੌਂਡਸ ਵਾਲੀ ਗੱਲ ਕਰ ਰਹੇ ਹਾਂ, ਉਹਦੇ ਵਾਸਤੇ 5000 ਤੋਂ ਘੱਟ ਦੀ ਪੋਪੂਲੇਸ਼ਨ ਲਈ 280 ਰੁਪਏ ਪਰ ਕੈਪੀਟਾ ਹੈ। ਉਹੀ ਹੋਏਗਾ ਜਿੰਨਾ 280 ਰੁਪਏ ਦੇ ਹਿਸਾਬ ਨਾਲ ਬਣੇਗਾ ਉਹਦਾ 70% ਵਾਟਰ ਸਪਲਾਈ ਸੈਨੀਟੇਸ਼ਨ ਦੇਗੀ
30% है ਜਿਹੜਾ ਉਹ 15ਵੇਂ ਵਿੱਤ ਕਮਿਸ਼ਨ ਚੋਂ ਫੰਡ ਔਰ ਜਿਹੜੇ ਬਾਕੀ ਫੰਡਸ ਨੇ ਉਹ ਕਿਸੇ ਵੀ ਸਕੀਮ ਚੋਂ ਰੂਰਲ ਡਿਵੈਲਪਮੈਂਟ ਵੱਲੋਂ ਦਿੱਤੇ ਜਾ ਸਕਦੇ ਗ੍ਰਾਮ ਪੰਚਾਇਤ। ਸੋ ਅਗਰ 5000 ਤੋਂ ਵੱਧ ਦੀ ਪੋਪੂਲੇਸ਼ਨ ਹੈ ਤਾਂ ਗ੍ਰੇ ਵਾਟਰ ਮੈਨੇਜਮੈਂਟ ਵਾਸਤੇ ਜਾਂ ਲਿਕੁਇਡ ਵੇਸਟ ਮੈਨੇਜਮੈਂਟ ਕਹਿ ਲਈਏ 660 ਰੁਪਏ ਪਰ ਕੈਪੀਟਾ ਸਵੱਛ ਭਾਰਤ ਮਿਸ਼ਨ ਦੀ ਗਾਈਡਲਾਈਨਸ ਕਹਿੰਦੀਆਂ ਨੇ। ਸਿਮਿਲਰਲੀ 70% ਸਵੱਛ ਭਾਰਤ ਮਿਸ਼ਨ ਦਾ ਹੋਏਗਾ ਇਹਦੇ ਚੋਂ 30% 15ਵੇਂ ਵਿੱਤ ਕਮਿਸ਼ਨ। ਜਿਹੜੀ ਗੈਪ ਫੰਡਿੰਗ ਹੈ ਉਹ ਦੂਸਰੇ ਅਦਰ ਸੋਰਸਸ ਦੀ ਪੋਪੂਲੇਸ਼ਨ 5000 ਤੋਂ ਅਬਵ ਪੋਪੂਲੇਸ਼ਨ ਹੈ 660 ਰੁਪਏ ਇਹ ਗ੍ਰੇ ਵਾਟਰ ਤਾਂ ਅਸੀਂ ਇਹ 660 ਦੇ ਹਿਸਾਬ ਨਾਲ ਜਿੰਨਾ ਪੈਸਾ ਬਣੇਗਾ ਉਹਦਾ 70 ਦੇਣਾ ਸਰ ਅਸੀਂ ਵਾਟਰ ਸਪਲਾਈ ਸੈਨੀਟੇਸ਼ਨ ਬਾਕੀ ਸਾਰਾ ਪੈਸਾ 15ਵੇਂ ਵਿੱਤ ਕਮਿਸ਼ਨ ਚੋਂ ਜਾਂ ਮਨਰੇਗਾ ਚੋਂ ਜਾਂ ਹੋਰ ਜਿੱਥੋਂ ਵੀ ਗ੍ਰਾਮ ਪੰਚਾਇਤ ਐਕਸਪੈਂਡੀਚਰ ਕਰ ਸਕਦੀ ਉੱਥੋਂ